ਸੋ ਸਾਡਾ ਅੱਜ ਦਾ ਜਿਹੜਾ ਚੈਪਟਰ ਹੈ ਉਹ ਹੈ ਯੂਨਿਟ 6 ਕੰਪਰੀਹੈਂਸ਼ਨ ਫਰੋਮ ਅਨਸੀਨ ਪੈਸੇजेस। ਸਾਡਾ ਪਿਛਲਾ ਜਿਹੜਾ ਚੈਪਟਰ ਸੀਗਾ ਉਹ ਸੀਨ ਪੈਸੇजेस ਬਾਰੇ ਸੀਗਾ, ਉਹਨਾਂ ਦੇ ਕੰਪਰੀਹੈਂਸ਼ਨ ਤੇ ਸੀ। ਤੇ ਅੱਜ ਸਾਡਾ ਅਨਸੀਨ ਪੈਸੇਜ ਦਾ ਕੰਪਰੀਹੈਂਸ਼ਨ, ਅਨਸੀਨ ਪੈਸੇਜ ਕੰਪਰੀਹੈਂਸ਼ਨ ਹੈ। ठीक है, so unseen passage comprehension is an important part of English language learning. It tests a student's ability to read, understand, analyze, and interpret information that they have not seen before. Not seen before in the sense ਕਿ ਜਿਹੜਾ ਤੁਹਾਨੂੰ ਪੈਸੇਜ, ਜੋ ਵੀ ਤੁਹਾਨੂੰ ਪ੍ਰੋਵਾਈਡਡ ਪੈਸੇਜ ਹੈ ਉਹਦੇ ਵਿੱਚ ਜਿਹੜੀ ਵੀ ਇਨਫੋਰਮੇਸ਼ਨ ਹੈ, ਠੀਕ ਹੈ, ਉਸ ਤੋਂ ਆਪੋਜ਼ਿਟ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈ ਕਲੈਕਟ ਕਰਨੀ ਹੁੰਦੀ ਹੈ। The purpose is to evaluate not just reading skill but also critical thinking, vocabulary and reasoning ability. तो अनसीन पैसेज ਦੇ ਵਿੱਚ ਹੁੰਦਾ ਕੀ ਹੈ ਕਿ ਇਹ ਇੰਗਲਿਸ਼ ਲੈਂਗੁਏਜ ਲਰਨਿੰਗ ਦਾ ਇੱਕ ਇੰਪੋਰਟੈਂਟ ਪਾਰਟ ਹੁੰਦਾ ਹੈ। ਇਹਦੇ ਵਿੱਚ ਸਟੂਡੈਂਟਸ ਦੀ ਜਿਹੜੀ ਏਬਿਲਿਟੀ ਨੂੰ ਟੈਸਟ ਕੀਤਾ ਜਾਂਦਾ ਹੈ ਕਿ ਉਹ ਪੈਸੇਜ ਨੂੰ ਕਿਸ ਤਰ੍ਹਾਂ ਸਮਝਦੇ ਆ, ਠੀਕ ਹੈ, ਉਹਨੂੰ ਕਿਸ ਤਰ੍ਹਾਂ ਪੜ੍ਹ ਸਕਦੇ ਆ, ਉਹਨੂੰ ਕਿੱਦਾਂ ਐਨਾਲਾਈਜ਼ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਨੂੰ ਇੰਟਰਪ੍ਰੇਟ ਕਰ ਸਕਦੇ ਆ, ਜਿਹੜੀ ਉਹ ਇਨਫੋਰਮੇਸ਼ਨ ਜਿਹੜੀ ਕਿ ਉਹਨਾਂ ਨੇ ਪਹਿਲਾਂ ਨਹੀਂ ਦੇਖੀ ਪੈਸੇਜ ਦੇ ਵਿੱਚ, ਠੀਕ ਹੈ। So the purpose is to evaluate not just reading skill but also critical thinking, vocabulary and reasoning abilities. So what is an unseen passage? An unseen passage is a text given during an exam or assignment that students have never read before. The passage may be a story or can be narrative, a factual or informative text, descriptive, descriptive or biographical, excerpt, a scientific or technical passage, a literary extract. So story ਕਿੱਦਾਂ ਦੀ ਹੋ ਸਕਦੀ ਹੈ, ਜਿਹੜਾ ਅਨਸੀਨ ਪੈਸੇਜ ਉਹ ਕਿੱਦਾਂ ਦੇ ਹੋ ਸਕਦੇ ਹੈ, ਕੋਈ ਸਟੋਰੀ ਵੀ ਹੋ ਸਕਦੀ ਹੈ, ਕੋਈ ਫੈਕਚੁਅਲ ਇਨਫੋਰਮੇਸ਼ਨ ਵੀ ਹੋ ਸਕਦੀ ਹੈ, ਕੋਈ ਡਿਸਕ੍ਰਿਪਟਿਵ ਜਾਂ ਫਿਰ ਬਾਇਓਗ੍ਰਾਫਿਕਲ ਐਕਸਰਪਟ, ਇਹ ਕਿੱਦਾਂ ਵੀ ਹੋ ਸਕਦਾ। ਕਿਸੇ ਵੀ ਤਰੀਕੇ ਦਾ ਪੈਸੇਜ ਸਾਨੂੰ ਦਿੱਤਾ ਹੋ ਸਕਦਾ ਹੈ ਜਿਹੜਾ ਕਿ ਸਾਨੂੰ ਪੜ੍ਹ ਕੇ ਉਹਨਾਂ ਦੇ ਆਨਸਰ ਦੇਣੇ ਆ ਜਿਹੜੇ ਕਿ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡਡ ਹੁੰਦੇ ਆ। So purpose of studying unseen passage. Studying unseen passage helps to develop reading skills. You learn how to understand the main idea, supporting details, and the writer's purpose. ਕਿ ਇਸ ਦੇ ਵਿੱਚ ਤੁਸੀਂ ਰੀਡਿੰਗ ਸਕਿੱਲ ਦੇ ਵਿੱਚ ਕੀ ਸਮਝਦੇ ਹੋ ਕਿ ਜਿਹੜਾ ਪੈਸੇਜ ਹੈ ਉਸਦਾ ਜਿਹੜਾ ਮੇਨ ਆਈਡੀਆ ਕੀ ਹੈ, ਠੀਕ ਹੈ, ਉਸ ਦੇ ਵਿੱਚ ਸਪੋਰਟਿੰਗ ਡਿਟੇਲਸ ਕਿਹੜੇ ਹਨ ਤੇ ਜਿਹੜਾ ਰਾਈਟਰ ਦਾ ਪਰਪਸ ਕੀ ਹੈ, ਠੀਕ ਹੈ। ਨਾਓ ਨੈਕਸਟ ਵੀ ਹੈਵ ਕ੍ਰਿਟੀਕਲ ਥਿੰਕਿੰਗ। ਕ੍ਰਿਟੀਕਲ ਥਿੰਕਿੰਗ ਦੇ ਵਿੱਚ ਕੀ ਹੁੰਦਾ ਹੈ, ਯੂ ਲਰਨ ਟੂ ਇੰਟਰਪ੍ਰੇਟ ਹਿਡਨ ਮੀਨਿੰਗਸ, ਡਰਾਪ conclusions and make interferences. Vocabulary development, new words in the passage have to understand meaning from context. Analytical skills, you learn to examine facts, identify tone, and distinguish between opinions and argument. Time management. Practicing helps you read and answer quickly and efficiently in exam. Type of question asked. ਹੁਣ ਕਿਸ ਤਰੀਕੇ ਦੇ ਕੁਐਸਚਨ ਅਨਸੀਨ ਪੈਸੇਜ ਦੇ ਵਿੱਚ ਪੁੱਛੇ ਜਾ ਸਕਦੇ ਆ, ਉਹ ਕੁਐਸਚਨ ਹੋ ਸਕਦੇ ਆ ਕੁਐਸਚਨ ਬੇਸਡ ਔਨ ਅਨਸੀਨ ਪੈਸੇਜ generally include factual question. These test to understand the of direct information from the passage. For example, where did the event take place? ਇਹ ਇਸ ਤਰੀਕੇ ਦਾ ਹੋ ਸਕਦਾ ਹੈ। ਕੋਈ ਫੈਕਚੁਅਲ ਕੁਐਸਚਨ ਹੋ ਸਕਦਾ ਹੈ ਜਿਹੜਾ ਕਿ ਇੱਕ ਡਾਇਰੈਕਟ ਇਨਫੋਰਮੇਸ਼ਨ ਫਰੋਮ ਦੀ ਪੈਸੇਜ ਨੂੰ ਟੇਕ ਆਊਟ ਕਰਦਾ ਹੈ, ਅੰਡਰਸਟੈਂਡ ਕਰਨ ਲਈ ਹੁੰਦਾ ਹੈ। Inferential questions, sorry. So these require reading between the lines. Why do you think the writer said? ਹੁਣ ਜਿਹੜਾ ਹੈ ਕਿੱਦਾਂ ਦਾ ਹੋ ਸਕਦਾ ਹੈ ਕਿ ਇਹ ਤੁਹਾਨੂੰ ਲਾਈਨਸ ਦੇ ਵਿੱਚੋਂ ਜਿਹੜੇ ਹੈ ਰੀਡਿੰਗਸ ਨੂੰ ਰੀਡਿੰਗ ਤੋਂ ਬਾਅਦ ਜਿਹੜੀ ਰਿਕੁਆਇਰਮੈਂਟਸ ਹੈ, ਠੀਕ ਹੈ ਜੀ, ਉਹਦੇ ਬਾਰੇ ਹੋ ਸਕਦਾ ਹੈ ਕਿ ਕਿਸ ਤਰ੍ਹਾਂ ਕਿ ਤੁਸੀਂ ਕੀ ਸੋਚਦੇ ਹੋ ਕਿ ਰਾਈਟਰ ਕੀ ਕਹਿਣਾ ਚਾਹੁੰਦਾ ਹੈ। ਜਿੱਦਾਂ ਸਾਨੂੰ ਪੈਸੇਜ ਪੜ੍ਹ ਕੇ ਆਪਣੇ ਵਰਡਸ ਵਿੱਚ ਦੇਣਾ ਹੁੰਦਾ ਹੈ। Vocabulary question, meaning of words, synonyms, antonyms, reference words, he, she, it, etc. Analytical and interpretative questions, sorry.
ਸੋ ਟੋਨ ਆਫ ਆਥਰ, ਇੰਟੈਂਸ਼ਨ ਔਰ ਮੈਸੇਜ ਆਫ ਪੈਸੇਜ, ਇਹਦੇ ਵਿੱਚ ਸਾਨੂੰ ਐਨਾਲਾਈਜ਼ ਇਹ ਕਰਨਾ ਹੁੰਦਾ ਹੈ ਕਿ ਜਿਹੜਾ ਆਥਰ ਦਾ ਟੋਨ ਹੈ ਜਾਂ ਉਹਦਾ ਇੰਟੈਂਸ਼ਨ ਕੀ ਹੈ, ਜਾਂ ਫਿਰ ਮੈਸੇਜ ਜਿਹੜਾ ਪੈਸੇਜ ਹੈ ਉਸ ਦਾ ਮੈਸੇਜ ਕੀ ਹੈ। ਸਮਰੀ ਕੁਐਸਚਨ, ਸਮ ਐਗਜ਼ਾਮ ਆਸਕ ਯੂ ਟੂ ਰਾਈਟ ਅ ਸ਼ਾਰਟ ਸਮਰੀ ਇਨ योर ओन वर्ड्स। ਕਈ ਵਾਰੀ ਹੋ ਸਕਦਾ ਹੈ ਕਿ ਤੁਹਾਨੂੰ ਸ਼ਾਰਟ ਸਮਰੀ ਵੀ ਦੇਣੀ ਪੈ ਜੇ। So how to answer unseen passage question effectively? So read the passage carefully. Do not panic. Read the passage once to understand the overall idea. ਤੁਸੀਂ ਪੈਸੇਜ ਨੂੰ ਇੱਕ ਵਾਰ ਬਿਨਾ ਘਬਰਾਏ ਹੋਏ, ਠੀਕ ਹੈ, ਅੰਡਰਸਟੈਂਡ ਕਰਨਾ ਓਵਰਆਲ ਆਈਡੀਆ ਪੈਸੇਜ ਦਾ ਕੀ ਹੈ। ਰੀਡ ਅਗੇਨ ਐਂਡ ਚੈੱਕ ਇੰਪੋਰਟੈਂਟ ਪੁਆਇੰਟਸ। ਉਹਨੂੰ ਦੁਬਾਰਾ ਪੜ੍ਹ ਕੇ ਉਹਦੇ ਇੰਪੋਰਟੈਂਟ ਪੁਆਇੰਟ ਨੂੰ ਚੈੱਕ ਕਰਨਾ ਹੈ। ਆਈਡੈਂਟੀਫਾਈ ਕੀ ਐਲੀਮੈਂਟਸ, ਉਹਨਾਂ ਦੇ ਕੀ ਐਲੀਮੈਂਟਸ ਨੂੰ ਆਈਡੈਂਟੀਫਾਈ ਕਰਨਾ ਕਿ ਜਿਹੜਾ ਮੇਨ ਥੀਮ ਕੀ ਹੈ, ਸਪੋਰਟਿੰਗ ਆਈਡੀਆਜ਼ ਕਿਹੜੇ ਹਨ, ਇੰਪੋਰਟੈਂਟ ਫੈਕਟ ਔਰ ਐਗਜ਼ਾਮਪਲਸ ਕੀ ਹੈ, ਰਾਈਟਰਸ ਓਪੀਨੀਅਨ ਕਿਹੜੇ ਕਿਹੜੇ ਹਨ, ਟੋਨ ਕਿੱਦਾਂ ਦਾ ਹੈ ਰਾਈਟਰ ਦਾ, ਸੀਰੀਅਸ ਟੋਨ ਹੈ, ਹਿਊਮਰਸ ਟੋਨ ਹੈ ਜਾਂ ਇਨਫੋਰਮੇਟਿਵ ਟੋਨ ਹੈ। ਠੀਕ ਹੈ ਜੀ। ਮੇਨ ਥੀਮ, ਸਪੋਰਟਿੰਗ ਆਈਡੀਆਜ਼, ਇੰਪੋਰਟੈਂਟ ਫੈਕਟ ਔਰ ਐਗਜ਼ਾਮਪਲਸ, ਰਾਈਟਰ ਦਾ ਓਪੀਨੀਅਨ ਕੀ ਹੈ ਤੇ ਉਹਦੀ ਟੋਨ। ਸੋ ਆਂਸਰ ਅਕੋਰਡਿੰਗ ਟੂ ਦ ਪੈਸੇਜ। ਡੂ ਨਾਟ ਐਡ ਆਊਟਸਾਈਡ ਇਨਫੋਰਮੇਸ਼ਨ, ਕੋਈ ਵੀ ਤੁਸੀਂ ਆਊਟਸਾਈਡ ਇਨਫੋਰਮੇਸ਼ਨ ਐਡ ਔਨ ਨਹੀਂ ਕਰਨੀ ਹੈ। use the passage keywords to make your answers accurate। ਤੁਸੀਂ ਕੀ ਕਰਨਾ ਹੈ, ਤੁਸੀਂ ਪੈਸੇ ਦੀ ਕੀਵਰਡਸ ਨੂੰ ਯੂਜ਼ ਕਰਨਾ ਹੈ ਤਾਂ ਕਿ ਤੁਹਾਡੇ ਜਿਹੜੇ ਆਨਸਰਸ ਉਹ ਐਕੂਰੇਟ ਹੋਣ। ਰਾਈਟ ਇਨ ਸਿੰਪਲ ਐਂਡ ਕਰੈਕਟ ਇੰਗਲਿਸ਼, ਇਹਨੂੰ ਜਿੰਨਾ ਤੁਸੀਂ ਹੋ ਸਕਦਾ ਉਹਦੀ ਸਿੰਪਲ ਇੰਗਲਿਸ਼ ਤੇ ਐਕੂਰੇਟ ਜਿਹੜੀ ਹੈ ਕਰੈਕਟ ਇੰਗਲਿਸ਼ ਵਿੱਚ ਆਨਸਰ ਕਰਨੇ। For vocabulary based questions, try to understand meaning through context. Look at the sentence before and after the word। ਸਿਨੋਨਿਮਸ ਤੇ ਐਂਟੋਨਿਮਸ ਲਈ ਬੇਸਿਕਲੀ ਹੁੰਦਾ ਹੀ ਇਹੀ ਹੈ ਕਿ ਜਿਹੜੇ ਪਹਿਲਾਂ ਤਾਂ ਸਾਨੂੰ ਉਹਨਾਂ ਦੇ ਮੀਨਿੰਗ ਸਮਝਣੇ ਪੈਂਦੇ ਕਿ ਉਹਨਾਂ ਦਾ ਮੀਨਿੰਗ ਕੀ ਹੋ ਸਕਦਾ ਹੈ ਨਾ, ਕੰਟੈਕਸਟ ਨੂੰ ਪੜ੍ਹ ਕਰਕੇ। ਕਈ ਵਾਰੀ ਸਾਨੂੰ ਕੰਟੈਕਸਟ ਨੂੰ ਪੜ੍ਹ ਕਰਕੇ ਉਹਨਾਂ ਦਾ ਮੀਨਿੰਗ ਇੱਕ ਵਾਰੀ ਸਮਝ ਆ ਜਾਂਦਾ ਹੈ। ਤੇ ਜਿੱਦਾਂ ਜੇ ਅਸੀਂ ਇਦਾਂ ਦਾ ਕਰਦੇ ਤਾਂ ਸਾਡੇ ਵੋਕੈਬਲਰੀ ਬੇਸਡ ਕੁਐਸਚਨ ਜਿਹੜੇ ਆ ਮੋਸਟਲੀ ਸਹੀ ਹੋ ਸਕਦੇ ਉਹਨਾਂ ਦੇ ਆਨਸਰ। ਸੋ ਕਾਮਨ ਮਿਸਟੇਕਸ ਟੂ ਅਵੋਇਡ, ਰਸ਼ਿੰਗ ਥਰੂ ਦਾ ਪੈਸੇਜ, ਬਹੁਤ ਤੇਜ਼ੀ ਵਿੱਚ ਨਹੀਂ ਪੜ੍ਹਨਾ ਕਿ ਵੀ ਚਲੋ ਇੱਕ ਲਾਈਨ ਪੜ੍ਹੀ ਫਿਰ ਉਸ ਤੋਂ ਬਾਅਦ ਅੱਗੇ ਜਾ ਕਰਕੇ ਦੂਜੀ ਲਾਈਨ ਛੋੜ ਕੇ ਤੀਜੀ ਲਾਈਨ ਪੜ੍ਹ ਲਈ। ਏਦਾਂ ਨਹੀਂ ਕਰਨਾ ਹੈ। ਤੁਸੀਂ ਸਾਰੇ ਪੈਸੇਜ ਨੂੰ ਬਹੁਤ ਹੀ ਕੇਅਰਫੁਲੀ ਪੜ੍ਹਨਾ ਹੈ। ਰਾਈਟਿੰਗ ਆਨਸਰਸ that are too long or unrelated, ਤੁਸੀਂ ਇਹਨੂੰ ਅਵੋਇਡ ਕਰਨਾ ਹੈ। ਇਦਾਂ ਦੇ ਆਨਸਰਸ ਨੂੰ ਅਵੋਇਡ ਕਰਨਾ ਹੈ ਜਿਹੜੇ ਕਿ ਬਹੁਤ ਜ਼ਿਆਦਾ ਲੌਂਗ ਜਾਂ ਫਿਰ ਅਨਰਿਲੇਟਡ ਹੋਣ। ਤੁਸੀਂ ਆਪਣੇ ਵਰਡਸ ਦੇ ਵਿੱਚ ਜਿਹੜੇ ਆਨਸਰ ਦੇਣਾ ਸ਼ੁਰੂ ਕਰ ਦਿਓ, ਹੈਨਾ। ਤੇ ਕਈ ਵਾਰੀ ਹੁੰਦਾ ਕਿ ਅਸੀਂ ਇਹ ਜਿਹੇ ਵਿੱਚ ਇਹ ਜਿਹੇ ਵਰਡਸ ਨੂੰ ਐਡ ਔਨ ਕਰ ਦਿੰਦੇ ਹਾਂ ਜਿਹੜੇ ਕਿ ਅਵੋਇਡੇਬਲ ਹੁੰਦੇ ਆ, ਨਹੀਂ ਐਡ ਕਰਨੇ ਹੁੰਦੇ। ਕਾਪੀing ਲਾਰਜ ਪਾਰਟ ਆਫ ਦਾ ਪੈਸੇਜ ਇੰਸਟੇਡ ਆਫ ਰਾਈਟਿੰਗ ਇਨ योर ओन वर्ड्स। ਤੁਸੀਂ ਕੀ ਕਰਨਾ ਹੈ, ਪੈਸੇਜ ਦੇ ਲਾਰਜ ਪਾਰਟ ਨੂੰ ਕਾਪੀ ਨਹੀਂ ਕਰਨਾ ਹੈ। ਇੰਸਟੇਡ ਉਹਦੀ ਜਗ੍ਹਾ ਤੁਸੀਂ ਕੀ ਕਰਨਾ ਹੈ, ਰਾਈਟਿੰਗ ਇਨ योर ओन वर्ड, ਉਹਦੇ ਜਿਹੜੇ ਐਕੂਰੇਸੀ ਵਿੱਚ ਜਿਹੜੇ ਵੀ ਵਰਡਸ ਤੁਹਾਨੂੰ ਸਮਝ ਆਣ ਕਿ ਇਹ ਹੋ ਸਕਦਾ ਹੈ ਤੁਸੀਂ ਉਹੀ ਲਿਖਣੇ ਆ। ਇਗਨੋਰਿੰਗ ਦ ਇੰਸਟਰਕਸ਼ਨ word like explain, describe, give reasons, etc. Tips to scoring well: practice at least 2 or 3 unseen passage every week. Improve vocabulary by reading newspaper and articles. Learn to summarize in your own words. Focus on understanding, not memorizing. Importance in academic and professional life. Unseen passage comprehension is not only important for exam but also helps in competitive exams, workplace communications, reading reports, emails and documents, improving overall English proficiency. Effective comprehension ability is strong skill for all fields, whether business, science, humanities or management. ਸੋ ਇਹ ਸੀਗਾ ਸਾਡਾ ਓਵਰਆਲ ਚੈਪਟਰ। ਠੀਕ ਹੈ, ਦੇਖੋ ਜੀ ਅਨਸੀਨ ਪੈਸੇਜ ਤੇ ਸੀਨ ਪੈਸੇਜ ਵਿੱਚ ਬਹੁਤ ਜ਼ਿਆਦਾ ਲਾਈਕ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਸਾਰੀ ਚੀਜ਼ਾਂ ਸਿਮਿਲਰ ਹੈ। ਠੀਕ ਹੈ, ਬਟ ਜਿਹੜੀ ਸਿਮਿਲਰ ਨਹੀਂ ਹੈ ਉਹ ਇਹ ਹੈ ਕਿ ਸਾਨੂੰ ਬਹੁਤ ਜ਼ਿਆਦਾ ਆਊਟਰ ਵਰਡਸ ਨਹੀਂ ਯੂਜ਼ ਕਰਨੇ ਹੈ ਨਾ, ਇਦਾਂ ਦੇ।
ਤੇ ਕਈ ਜਿਹੜੀ ਇਨਫੋਰਮੇਸ਼ਨ ਇਦਾਂ ਦੀ ਵੀ ਹੋ ਸਕਦੀ ਜਿਹੜੀ ਕਿ ਸਾਨੂੰ ਪੈਸੇ ਦੇ ਵਿੱਚ ਨਹੀਂ ਪ੍ਰੋਵਾਈਡਡ, ਬਟ ਸਾਨੂੰ ਉਹਨੂੰ ਸਮਝ ਕੇ ਉਹਨਾਂ ਦੇ ਆਨਸਰ ਦੇਣੇ ਪੈਂਦੇ। ਠੀਕ ਹੈ, ਬਸ ਇਹੀ ਸਾਰੀ ਚੀਜ਼ਾਂ ਨਹੀਂ ਸਿਮਿਲਰ ਹੈ। ਠੀਕ ਹੈ, ਬਾਕੀ ਮੋਸਟ ਆਫ ਦਾ ਥਿੰਗਸ ਆਰ ਸਿਮਿਲਰ। ਸੋ ਵੀ ਹੈਵ ਵਨ ਪੈਸੇਜ ਜਿਹਨੂੰ ਆਪਾਂ ਪੜ੍ਹ ਕੇ ਉਹਦੇ ਆਨਸਰ ਕਰਨੇ ਆ। ਆਪਾਂ ਇੱਕ ਵਾਰੀ ਪੈਸੇ ਨੂੰ ਪੜ੍ਹ ਲੈਂਦੇ ਆ ਬਹੁਤ ਹੀ ਕੇਅਰਫੁਲੀ। ਠੀਕ ਹੈ, ਉਸ ਤੋਂ ਬਾਅਦ ਉਹਦੇ ਆਨਸਰ ਦੈਨ ਓਕੇ। ਸੋ ਬਟ for the fact that only higher education is only education worth the name has been received by us through the English medium, there would be no need to prove such a self-evident proposition that the youth of nation to remain a nation must receive all instructions, including the highest in its own vernacular or vernaculars. Surely it is self-demonstrated proposition that the youth of nation cannot keep or establish a living contact with the masses unless their knowledge is received through a medium understood by the people, who can calculate the im- immeasurable loss sustained by a nation owing to thousands of its young men having been obliged to waste years in mastering a foreign language and its idiom, of which in their daily life they have the least use, and the learning which they had to neglect their own mother tongue and their own literature. So there never was a greater superstition then that a particular language can be incapable of expansion or of expressing abstruse of or scientific ideas. A language is an exact reflection of the character and growth of its speakers. Among the many evils of foreign rules, this blighting imposition of foreign medium upon the youth of country will be counted by history as one of the greatest. It has sapped the energy of the nation. It has shortened the lives of pupils. It has estranged them from masses. It has made education unnecessarily expensive. If this process is still persisted in this bids fair to rob the nation of its soul. The sooner, therefore, educated India shakes itself free from hy- hypnotic spell of foreign medium, the better it would be for them in and the people. Gandhi in Young India, 5th July 1928। ਸੋ ਸਾਡਾ ਫਰਸਟ ਕੁਐਸਚਨ ਕੀ ਹੈ? ਠੀਕ ਹੈ ਸਰ, ਅਸੀਂ ਜਿਹੜਾ ਵੀ ਪੂਰਾ ਜਿਹੜਾ ਪੈਸੇਜ ਪੜ੍ਹ ਲਿਆ ਉਹਦੇ ਵਿੱਚ ਜਿਹੜਾ ਇਹ ਜਿਹੜਾ ਪੂਰਾ ਆਈਡੀਆ ਉਹ ਗਾਂਧੀ ਜੀ ਦਾ ਸੀਗਾ, ਜਿਹੜੇ ਕਿ ਫੋਰਨ ਲੈਂਗੁਏਜ ਦੇ ਬਾਰੇ ਜਿਹੜੇ ਆ ਜਿਹੜੇ ਸਾਡੇ ਹਾਇਰ ਐਜੂਕੇਸ਼ਨ ਹੈ ਨਾ ਉਹਦੇ ਵਿੱਚ ਜਿਹੜੇ ਇੰਗਲਿਸ਼ ਮੀਡੀਅਮ ਹੈ ਉਹਦੇ ਬਾਰੇ ਬਹੁਤ ਜ਼ਿਆਦਾ ਹੀ ਸਟ੍ਰੈਸਫੁਲ ਸੀਗਾ ਕਿਉਂਕਿ ਉਹ ਸਾਡੇ ਜਿਹੜੀ ਮਦਰ ਟੰਗ ਨੂੰ ਅਫੈਕਟ ਕਰ ਰਿਹਾ ਸੀ, ਹੈ ਨਾ। ਤੇ ਹੁਣ ਜਿਹੜੇ ਕੁਐਸਚਨਸ ਉਹ ਕਿਸ ਤਰ੍ਹਾਂ ਹੈ? ਮਹਾਤਮਾ ਗਾਂਧੀ ਸਟ੍ਰਿਟਸ ਐਟ the only education worth the name is through the medium of English, through it make your youth the builder of great nation. Higher education should not be received through a foreign language. Every nation teaches its youth through a native language. The use of native language can unite the nation। ਤੁਹਾਨੂੰ ਕੀ ਲੱਗਦਾ ਇਹਨਾਂ ਚੋਂ ਕਿਹੜਾ ਆਨਸਰ ਹੋ ਸਕਦਾ ਹੈ?
मैम ਤੁਹਾਡੀ आवाज नहीं आ रही। ਹੁਣ ਆ ਰਹੀ ਹੈ? Of what nature of it is the immersible loss sustained by a nation? So the years wasted by thousands of young men in mastering a foreign language, progressive weakening of the confidence and energy of youth, and its isolation from the life of the country, the strengthening of foreign rule through the spell of a foreign language on educated India, the neglect of Indian language, and the consequent failure to perfect them to precise expression of scientific ideas. ਕੀ ਹੋ ਸਕਦਾ ਹੈ ਇਹਦਾ ਆਨਸਰ?
ਕੀ ਹੈ ਆਨਸਰ ਇਹਦਾ? ਦੱਸੋ ਸ਼ਿਪਰਾ। ਮੈਮ ਥਰਡ ਵਾਲਾ। ਤੁਹਾਨੂੰ ਲੱਗਦਾ ਥਰਡ ਵਾਲਾ? ਹਾਂਜੀ। ਓਕੇ। ਇਹਦਾ ਆਨਸਰ ਮੈਂ ਤੁਹਾਨੂੰ ਦੱਸਦੀ, ਰੁਕੋ। ਇਹਦਾ ਆਨਸਰ ਜਿਹੜਾ ਹੈ ਉਹ ਹੈ ਫਰਸਟ। ਠੀਕ ਹੈ ਜੀ। ਫਰਸਟ ਕਿਉਂ ਹੈ ਤੁਹਾਨੂੰ ਮੈਂ ਉਹ ਸਮਝਾਉਂਦੀ ਹਾਂ, ਠੀਕ ਹੈ। रुको एक मिनट, बड़ी स्क्रीन मेरे को नहीं। द ईयर वेस्टेड बाय थाउजेंड ऑफ यंग मैन इन मास्टरिंग अ फॉरेन लैंग्वेज, है ना। ਇਹ ਹੈ ਆਨਸਰ। ਪਤਾ ਹੈ ਕਿਉਂ? ਕਿਉਂਕਿ ਦੇਖੋ ਇੱਧਰ ਸਾਡੇ ਕੋਲ ਜਿਹੜਾ ਆਪਾਂ ਪੈਸੇਜ ਪੜਿਆ ਉਹਦੇ ਵਿੱਚ ਜਿਹੜਾ ਹੈ ਇੰਕਲੂਡਿੰਗ ਦਾ ਹਾਈਐਸਟ, ਇਸ ਤੋਂ ਬਾਅਦ ਸੀਗਾ ਇੱਧਰ ਹੀ ਸੀਗਾ ਇਹਦੇ ਵਿੱਚ ਕਿ ਆ ਦੇਖੋ, who can calculate the immersible loss sustained by a nation। ਠੀਕ ਆ, ਇਹ ਲਾਸ ਕਿਹੜਾ ਕੌਣ ਕੈਲਕੂਲੇਟ ਕਰ ਸਕਦਾ ਹੈ ਜਿਹੜਾ ਕਿ ਨੇਸ਼ਨਸ ਨਾਲ ਜਿਹੜਾ ਹੈ ਥਾਊਜ਼ੈਂਡ ਆਫ ਨੇਸ਼ਨਸ ਦੇ ਯੰਗ ਮੈਨਸ ਦੁਆਰਾ ਕੀਤਾ ਗਿਆ ਹੈ, ਜਿਹੜਾ ਕਿ they have wasted in mastering a foreign language and its idiom। है ना, देख रहे हो ਤੁਸੀਂ ਹਾਈਲਾਈਟ ਕੀਤਾ ਮੈਂ। ਸੋ ਇਹ ਹੈ ਇਹਦਾ ਆਨਸਰ। so the years wasted by thousands of young men in mastering a foreign language, imposition of foreign medium upon the youth has made the youth hate the British Empire, has made the youth carefree, has brought the youth close to the masses, so has shortened the life of pupils and sapped the energy of nation। Imposition of foreign medium upon the youth, ਇਹਦਾ आंसर ਕੀ ਹੋਏਗਾ? देखो, देखो, imposition of foreign medium upon the youth of the country will be counted by history as one of the greatest। It has sapped the energy of nation। It has shortened the life of pupils, है ना। It has estranged them from the message। ਸੋ ਇਹਦੇ ਵਿੱਚ ਤੁਹਾਨੂੰ ਕੀ ਕਿਹੜਾ ਪੁਆਇੰਟ ਦਿੱਤਾ ਹੋਇਆ ਸੀਗਾ? ਅਰੇ, it has shortened the life of pupils and sapped the energy of the nations। ਸਹੀ ਹੈ ਸ਼ਿਪਰਾ? ਤੁਹਾਨੂੰ ਹੁਣ ਸਮਝ ਆਇਆ ਕੁਛ ਕਿੱਦਾਂ ਦਾ ਆਨਸਰ ਹੈ? Gandhiji says the foreign medium should be done away with, that foreign medium can be retained only for technical education, that only education Indians should study in foreign medium, the foreign medium should be used in official purpose। ਗਾਂਧੀ ਜੀ ਕੀ ਕਹਿਣਾ ਚਾਹ ਰਹੇ ਇਸ ਪੈਸੇਜ ਦੇ ਵਿੱਚ? ਕੀ ਕਹਿਣਾ ਚਾਹੁੰਦੇ ਗਾਂਧੀ ਜੀ? ਇਸ ਦੇ ਵਿੱਚ ਜਿਹੜੇ ਗਾਂਧੀ ਜੀ ਕਹਿਣਾ ਚਾਹੁੰਦੇ ਕਿ ਜਿੱਦਾਂ ਫੋਰਨ ਮੀਡੀਅਮ ਸ਼ੁੱਡ ਬੀ ਡਨ ਅਵੇ ਵਿਦ, ਕਿ ਜਿਹੜਾ ਫੋਰਨ ਮੀਡੀਅਮ ਆਫ ਲੈਂਗੁਏਜ ਹੈ ਨਾ ਉਹਨੂੰ ਦੂਰ ਕਰਨਾ ਚਾਹੀਦਾ ਹੈ, ਉਹਨੂੰ ਨਹੀਂ ਇੰਨਾ ਯੂਜ਼ ਕਰਨਾ ਚਾਹੀਦਾ, ਕਿ ਜਿਹੜੇ ਡੇ ਟੂ ਡੇ ਲਾਈਫ ਵਿੱਚ ਜਿਹੜੇ ਸਾਡੇ ਯੰਗਸਟਰਸ ਹੈ ਉਹਨੂੰ ਯੂਜ਼ ਕਰ ਰਹੇ ਆ। ਅਕੋਰਡਿੰਗ ਟੂ ਦ ਪੈਸੇਜ, ਮਾਸਟਰਿੰਗ ਅ ਫੋਰਨ ਲੈਂਗੁਏਜ ਇਨਵਾਈਟਸ ਦ resentment of common masses। Foreign medium is too difficult to understand, foreign medium is very expensive for poor country like India to afford,
Young men are obliged to waste years in mastering a foreign language, and this leads to neglect of their mother tongue. So ਇਹਦਾ ਆਂਸਰ fourth है, young men are obliged to waste years in mastering a foreign language, ਕਿਉਂਕਿ ਦੇਖੋ ਫਰਸਟ ਜਿਹੜਾ ਹੈ ਉਹ ਥੋੜਾ ਜਿਹਾ ਉਹਨੂੰ ਹਾਫ ਆਫ ਕਰਕੇ ਉਦਾਂ ਦਾ ਕੀਤਾ ਹੋਇਆ ਹੈ, ਠੀਕ ਹੈ ਜੀ। ਲੇਕਿਨ ਜਿਹੜਾ ਫੋਰਥ ਹੈ ਉਹ ਹੈ ਇੱਕ ਕਰੈਕਟ ਆਂਸਰ, ਠੀਕ ਹੈ ਜੀ। young men are obliged to waste years in mastering a foreign language, and this leads to neglect of their mother tongue. By vernacular, Gandhiji meant a language understood by masses of the country, the language native to a country has, as opposed to a language that is foreign. Hindi or Hindustani is the national language of India. The great languages that have grown out of Pali spoken in particular region. ਜਿਹੜਾ ਵਰਨੈਕੂਲਰ ਹੈ ਉਸ ਤੋਂ ਗਾਂਧੀ ਜੀ ਦਾ ਮਤਲਬ ਕੀ ਹੈ? ਜਿਹੜਾ ਵਰਨੈਕੂਲਰ ਤੋਂ ਗਾਂਧੀ ਜੀ ਦਾ ਮਤਲਬ ਹੈ ਅ ਲੈਂਗੁਏਜ ਅੰਡਰਸਟੂਡ ਬਾय masses of the country. Gandhi ji made a mention of all the evil of foreign rule, all the dominating attitude of foreign rule, only those evils which are linked with forbidden evils which are prevalent to England also. All the evils of foreign rule. Idea means the rule governing the language, the expression peculiar to language and often beyond grammatical analysis but approved by usage, the structure of words in a sentence, ornamental phrases that beautify the language. Yeah, the answer is the expression peculiar to a language and often beyond grammatical analysis but approved by usage. Abstruse mean hidden, clear, religious, scientific. Abstruse ਦਾ ਮਤਲਬ ਹੈ hidden. ਸੋ ਇਹ ਸਾਡਾ ਚੈਪਟਰ ਹੈ, ਠੀਕ ਹੈ। ਨੋਟਸ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਤੇ ਨਾਲ ਹੀ ਇੱਕ ਐਕਸਰਸਾਈਜ਼ ਸੈਂਡ ਕਰੂੰਗੀ ਸੋਲਵ ਕਰ ਲਈ, ਤੁਸੀਂ ਉਹ ਸੋਲਵ ਕਰਕੇ ਮੈਨੂੰ ਸੈਂਡ ਕਰ ਦੇਣੀ ਹੈ, ਠੀਕ ਹੈ। मोनिका, नरेंद्र, रीत, शिप्रा, सोनिया, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਮੈਂ ਸੈਂਡ ਕਰ ਦੂੰਗੀ ਨੋਟਸ ਤੇ ਨਾਲ ਹੀ ਇੱਕ ਐਕਸਰਸਾਈਜ਼ ਜਿਹਨੂੰ ਤੁਸੀਂ ਸੋਲਵ ਕਰਨੀ ਹੈ ਅਨਸੀਨ ਪੈਸੇਜ ਦੀ, ਤਾਂ ਜੋ ਨਾ ਤੁਸੀਂ ਇਹਨੂੰ ਕਲੀਅਰਲੀ ਸਮਝ ਸਕੋ, ਠੀਕ ਹੈ। मीटिंग